Hello, my dear students. Myself, Dr. Amritpal Singh, and Science for Aspirants YouTube ਚੈਨਲ ਦੇਖ ਰਹੇ ਸਾਰੇ ਵਿਊਅਰਸ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਅੱਜ ਦੇ ਇਸ ਚੈਨਲ ਦੇ ਵਿੱਚ ਅਸੀਂ ਗੱਲ ਕਰਾਂਗੇ that is the question related with math reasonings। ਸੋ ਵੇਨ ਡਾਇਗਰਾਮਸ ਦੇ ਨਾਲ ਰਿਲੇਟਡ ਬਹੁਤ ਸਾਰੇ ਕੁਐਸਚਨ ਜਿਹੜੇ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹਨ। ਸੋ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਸੋ ਲੈਟ ਅਸ ਸਟਾਰਟ ਆਵਰ ਟੌਪਿਕ। ਸੋ ਵੇਨ ਡਾਇਗਰਾਮ ਦੇ ਕੁਐਸਚਨ ਬੇਸਿਕਲੀ ਸਾਨੂੰ ਇੱਕ ਡਾਇਗਰਾਮ ਜਿਹੜੀ ਹੈ ਉਹ ਦਿੱਤੀ ਹੁੰਦੀ ਹੈ। ਸੋ ਉਹ ਡਾਇਗਰਾਮ ਕਿਸੇ ਵੀ ਫਾਰਮ ਦੇ ਵਿੱਚ ਹੋ ਸਕਦੀ ਹੈ ਐਂਡ ਉਹ ਡਾਇਗਰਾਮ ਨੂੰ ਦੇਖ ਕੇ ਆਪਾਂ ਇੱਕ ਉਹਨਾਂ ਦੇ ਨਾਲ ਸਿਮਿਲਰ ਐਨਾਲੋਗੀ ਫਾਈਂਡ ਆਊਟ ਕਰਨੀ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਡਾਇਗਰਾਮ ਜਿਹੜੀ ਹੈ ਉਹ ਕਿੱਦਾਂ ਦੀ ਜਿਹੜੇ ਸਾਨੂੰ ਕੁਐਸਚਨ ਹਨ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਸੋ ਇਹਦੇ ਵਿੱਚ 2-3 ਕੇਸ ਆਪਾਂ ਡਿਸਕਸ ਕਰਾਂਗੇ। ਸੋ ਫਸਟ ਕੇਸ ਜਿਹੜਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਕੇਸ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀ ਜਿਹੜੀ ਡਾਇਗਰਾਮ ਦਿੱਤੀ ਹੋਈ ਹੈ ਕਿ ਇੱਕ ਸਾਡੇ ਕੋਲ ਵੱਡੀ ਫਿਗਰ ਹੈ ਐਂਡ ਉਹਦੇ ਅੰਦਰ ਇੱਕ ਸਬਸੈਟ ਹੈ, ਛੋਟੀ ਫਿਗਰ ਜਿਹੜੀ ਹੈ ਉਹਦੇ ਵਿੱਚ ਲਾਈ ਕਰਦੀ ਹੈ। ਸੋ ਵਟ ਡਜ਼ ਇਟ ਮੀਨ? ਇਟ ਮੀਨਸ ਐਨ ਓਬਜੈਕਟ ਇਜ਼ ਏ ਸਬਸੈਟ ਆਫ ਅਨਦਰ ਓਬਜੈਕਟ, ਕਿ ਕੋਈ ਵੀ ਓਬਜੈਕਟ ਜਿਹੜਾ ਹੈ ਇੱਕ ਵੱਡਾ ਓਬਜੈਕਟ ਹੈ। ਲੈਟ ਅਸ ਸੇ ਦਿਸ ਇਜ਼ A object and this is B object, so B is a subset of A। ਸੋ ਇੱਦਾਂ ਦੀ ਜਿਹੜੀ ਫਿਗਰ ਹੈ ਕਹਿਣ ਦਾ ਮਤਲਬ ਕੀ ਹੈ ਕਿ ਜਿਹੜੀ ਛੋਟੀ ਫਿਗਰ ਹੈ ਉਹ ਵੱਡੀ ਫਿਗਰ ਦੇ ਨਾਲ ਉਹਨੂੰ ਕੁਛ ਰਿਪਰੈਜ਼ੈਂਟ ਕਰ ਰਹੀ ਹੈ। ਸੋ ਫਾਰ ਐਗਜ਼ਾਮਪਲ ਸਾਨੂੰ ਜਿਵੇਂ ਪਹਿਲੀ ਆਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਪੈਨਸਲ ਐਂਡ ਸਟੇਸ਼ਨਰੀ। ਸੋ ਇਸ ਕੇਸ ਦੇ ਵਿੱਚ ਕੀ ਹੈ ਕਿ ਸਟੇਸ਼ਨਰੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਆ ਜਾਂਦੀਆਂ ਹਨ, ਜਿਵੇਂ ਪੈਨਸਲ, ਅਰੇਜ਼ਰ, ਸ਼ਾਰਪਨਰ, ਕਾਪੀ, ਨੋਟਬੁੱਕ। ਸੋ ਉਹਦੇ ਵਿੱਚ ਕੀ ਹੈ ਕਿ ਸਟੇਸ਼ਨਰੀ ਜਿਹੜਾ ਹੈ ਉਹ ਇੱਕ ਵੱਡਾ ਆਬਜੈਕਟ ਹੈ ਐਂਡ ਉਹਦੇ ਵਿੱਚ ਜਿਹੜੀ ਪੈਨਸਲ ਹੈ ਦੈਟ ਇਜ਼ ਦੀ ਸਬਸੈਟ ਆਫ ਸਟੇਸ਼ਨਰੀ। ਸੋ ਉਹ ਪੈਨਸਲ ਅਤੇ ਸਟੇਸ਼ਨਰੀ ਦਾ ਜਿਹੜਾ ਕੋਰਿਲੇਸ਼ਨ ਆਪਸ ਦੇ ਵਿੱਚ ਬਣ ਰਿਹਾ ਹੈ ਦੈਟ ਇਜ਼ ਸਮਥਿੰਗ ਲਾਈਕ ਦਿਸ ਫਿਗਰ। ਸੋ ਇਸੇ ਤਰ੍ਹਾਂ ਹੀ ਸੈਕਿੰਡ ਐਗਜ਼ਾਮਪਲ ਇਜ਼ ਬਰਿੰਜਲ ਐਂਡ ਵੈਜੀਟੇਬਲ। ਸੋ ਜਿਸ ਤਰ੍ਹਾਂ ਕਿ ਵੈਜੀਟੇਬਲ ਇੱਕ ਵੱਡਾ ਆਬਜੈਕਟ ਹੈ ਐਂਡ ਉਹਦੇ ਵਿੱਚ ਜਿਹੜਾ ਬਰਿੰਜਲ ਹੈ ਉਹ ਇੱਕ ਤਰ੍ਹਾਂ ਦੀ ਵੈਜੀਟੇਬਲ ਹੈ, ਠੀਕ ਹੈ ਨਾ। ਸੋ ਇਹਦੇ ਵਿੱਚ ਜਿਹੜਾ ਬਰਿੰਜਲ ਹੈ ਦੈਟ ਇਜ਼ ਸਬਸੈਟ ਆਫ ਵੈਜੀਟੇਬਲ ਐਂਡ ਇਹਨਾਂ ਦਾ ਜਿਹੜਾ ਰਿਲੇਸ਼ਨ ਹੈ ਦੈਟ ਇਜ਼ ਸਿਮਿਲਰ ਲਾਈਕ ਦਿਸ ਰਿਲੇਸ਼ਨ। ਥਰਡ ਇਜ਼ ਚੇਅਰ ਐਂਡ ਫਰਨੀਚਰ। ਸੋ ਫਰਨੀਚਰ ਦੇ ਵਿੱਚ ਜਿਸ ਤਰ੍ਹਾਂ ਇੱਕ ਲਾਰਜ ਥਿੰਗਸ ਨੂੰ ਇਹ ਰਿਪਰੈਜ਼ੈਂਟ ਕਰਦਾ ਹੈ, ਕੁਰਸੀ, ਮੇਜ਼, ਅਲਮੀਰਾ। ਸੋ ਉਹਦੇ ਵਿੱਚ ਫਰਨੀਚਰ ਇੱਕ ਲਾਰਜ ਸਬਸੈਟ ਹੈ, ਠੀਕ ਹੈ ਨਾ। ਉਹਦੇ ਚੇਅਰ ਜਿਹੜੀ ਹੈ ਉਹਦੇ ਵਿੱਚ ਉਹ ਇੱਕ ਫਰਨੀਚਰ ਦਾ ਇੱਕ ਪਾਰਟ ਹੈਗਾ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਹੈਗੇ ਆ ਸੋ ਉਹਦੇ ਵਿੱਚ ਆਪਾਂ ਇਹ ਵਾਲੀ ਡਾਇਗਰਾਮ ਤੋਂ ਆਇਡੈਂਟੀਫਾਈ ਕਰ ਸਕਦੇ ਹਾਂ ਕਿ ਇੱਕ ਜਿਹੜਾ ਮੇਜਰ ਓਬਜੈਕਟ ਹੈ ਐਂਡ ਦੂਸਰਾ ਜਿਹੜਾ ਹੈ ਉਹ ਇੱਕ ਉਸ ਓਬਜੈਕਟ ਦਾ ਪਾਰਟ ਹੈ ਜਾਂ ਉਹਨੂੰ ਉਹ ਰਿਪਰੈਜ਼ੈਂਟ ਕਰ ਰਿਹਾ ਹੈ। So it is very clear from this relationship that one object is a part of other, ਕਿ ਉਹ ਦੋ ਆਬਜੈਕਟਸ ਦਾ ਆਪਸ ਦੇ ਵਿੱਚ ਕੁਛ ਨਾ ਕੁਛ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਸ਼ੋ ਹੋ ਰਿਹਾ ਹੈ। ਸੋ ਦੂਸਰੇ ਕੇਸਿਸ ਜਿਹੜੇ ਹਨ ਉਹਦੇ ਵਿੱਚ ਸਾਨੂੰ ਕਿਸ ਤਰ੍ਹਾਂ ਦੇ ਕੁਐਸਚਨ ਆ ਸਕਦੇ ਹਨ? ਸੋ ਕੁਐਸਚਨ ਜਿਹੜਾ ਹੈ ਦੈਟ ਇਜ਼ ਕੇਸ 2। ਹੁਣ ਇਸ ਕੇਸ 2 ਦੇ ਵਿੱਚ ਕੀ ਹੈ? ਐਨ ਓਬਜੈਕਟ ਇਜ਼ ਸੈਡ ਟੂ ਹੈਵ ਐਨ ਇੰਟਰਸੈਕਸ਼ਨ ਵਿਦ ਅਨਦਰ ਓਬਜੈਕਟ, ਕਿ ਦੋ ਜਿਹੜੇ ਓਬਜੈਕਟਸ ਹੈਗੇ ਹੈ ਉਹਨਾਂ ਦਾ ਆਪਸ ਦੇ ਵਿੱਚ ਕੁਛ ਨਾ ਕੁਛ ਪੋਰਸ਼ਨ ਜਿਹੜਾ ਹੈ ਉਹ ਕਾਮਨ ਹੈਗਾ ਹੈ, ਠੀਕ ਹੈ ਨਾ। ਸੋ ਫਾਰ ਐਗਜ਼ਾਮਪਲ ਸਰਜਨ ਐਂਡ ਮੇਲਸ। ਹੁਣ ਜਿਹੜੇ ਸਰਜਨ ਹੁੰਦੇ ਹਨ, ਮੈਡੀਕਲ ਸਰਜਨਸ, ਉਹ ਮੇਲਸ ਵੀ ਹੋ ਸਕਦੇ ਹਨ ਅਤੇ ਫੀਮੇਲ ਵੀ ਹੋ ਸਕਦੇ ਹਨ। ਸੋ ਇਸ ਕੇਸ ਦੇ ਵਿੱਚ ਜਿਹੜਾ ਹੈ ਜ਼ਰੂਰੀ ਨਹੀਂ ਕਿ ਸਾਰੇ ਦੇ ਸਾਰੇ ਮੇਲ ਜਿਹੜੇ ਆ ਉਹ ਸਰਜਨ ਹੋਣਗੇ। ਸੋ ਫਾਰ ਐਗਜ਼ਾਮਪਲ ਜੇ ਇਹ ਵਾਲਾ ਪੋਰਸ਼ਨ ਮੇਲ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਐਂਡ ਉਹਦੇ ਵਿੱਚ ਜਿਹੜੇ ਹਨ ਕੁਛ ਕੁ ਜਿਹੜੇ ਸਰਜਨ ਜਿਹੜੇ ਹਨ ਉਹ ਮੇਲ ਹੋਣਗੇ ਔਰ ਕੁਛ ਜਿਹੜੇ ਸਰਜਨ ਹੈ ਉਹ ਫੀਮੇਲ ਹੋਣਗੇ। ਸੋ ਫਾਰ ਐਗਜ਼ਾਮਪਲ ਦਿਸ ਇਜ਼ ਕਾਮਨ। ਸੋ ਇਹਦਾ ਮਤਲਬ ਕੀ ਹੈ ਕਿ ਇਹ ਵਾਲਾ ਪੋਰਸ਼ਨ ਦੋਵਾਂ ਦੇ ਵਿੱਚ ਇੰਟਰਸੈਕਟ ਕਰ ਰਿਹਾ ਹੈ। ਸੋ ਦਿਸ ਇਜ਼ ਕਾਮਨ। ਸੋ ਕੁਛ ਮੇਲ ਜਿਹੜੇ ਆ ਉਹ ਸਰਜਨ ਹੋ ਸਕਦੇ ਆ। ਸੋ ਇਸੇ ਤਰ੍ਹਾਂ ਹੀ ਪੋਲੀਟੀਸ਼ੀਅਨਸ, ਇੰਡੀਅਨਸ। ਸੋ ਉਹ ਵੀ ਕਿ ਪੋਲੀਟੀਸ਼ੀਅਨ ਫਾਰ ਐਗਜ਼ਾਮਪਲ ਜ਼ਰੂਰੀ ਨਹੀਂ ਕਿ ਸਾਰੇ ਪੋਲੀਟੀਸ਼ੀਅਨ ਇੰਡੀਅਨ ਹੀ ਹੈ। ਹੁਣ ਫਾਰ ਐਗਜ਼ਾਮਪਲ ਅਬਰੋਡ ਕੰਟਰੀਜ਼ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਪੋਲੀਟੀਸ਼ੀਅਨਸ ਹੈਗੇ ਆ, UK ਦੇ ਵਿੱਚ ਵੀ ਹੈਗੇ ਆ, ਕੈਨੇਡਾ ਦੇ ਵਿੱਚ ਵੀ ਹੈ। ਬਟ ਕੁਛ ਜਿਹੜਾ ਪੋਰਸ਼ਨ ਹੈਗਾ ਆ ਪੋਲੀਟੀਸ਼ੀਅਨ ਦਾ ਦੈਟ ਇਜ਼ ਇਨ ਇੰਡੀਅਨ। ਸੋ ਉਹਨੂੰ ਆਪਾਂ ਰਿਪਰੈਜ਼ੈਂਟ ਇਸ ਤਰ੍ਹਾਂ ਦੀ ਫਿਗਰ ਦੇ ਨਾਲ ਕਰ ਸਕਦੇ ਹਾਂ। ਸੋ ਥਰਡ ਇਜ਼ ਐਜੂਕੇਟਡ ਅਨਇੰਪਲੋਇਡ। ਹੁਣ ਜ਼ਰੂਰੀ ਨਹੀਂ ਕਿ ਸਾਰੇ ਦੇ ਸਾਰੇ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਨੂੰ ਜੋਬ ਮਿਲ ਜਾਂਦੀ ਆ। ਸੋ ਕੁਛ ਜਿਹੜੇ ਐਜੂਕੇਟਡ ਪੀਪਲ ਹੈਗੇ ਆ ਉਹ ਕੁਛ ਅਨਇੰਪਲੋਇਡ ਵੀ ਹੈਗੇ ਆ।
ਸੋ ਉਹਨੂੰ ਵੀ ਆਪਾਂ ਇਸ ਤਰ੍ਹਾਂ ਦੀ ਫਿਗਰ ਦੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। So all the three relationships given above have something in common. So ਕੁਛ ਨਾ ਕੁਛ ਜਿਹੜਾ ਹੈ ਉਹਨਾਂ ਦੇ ਵਿੱਚ common ਹੈ। So this factor, ਇਹ ਜਿਹੜੀ ਚੀਜ਼ ਹੈ ਇਹ ਉਹਨੂੰ common factor ਨੂੰ represent ਕਰ ਰਹੀ ਹੈ। So some surgeons they can be male and some surgeons they can be female. So similarly ਕੁਛ politician ਜਿਹੜੇ ਆ ਉਹ ਇੰਡੀਅਨ ਵੀ ਹੋ ਸਕਦੇ ਆ ਐਂਡ ਸਮ ਪੋਲੀਟੀਸ਼ੀਅਨ ਦੇ ਬਿਲੋਂਗਸ ਟੂ ਅਦਰ ਕੰਟਰੀਜ਼ ਲਾਈਕ ਆਈ ਹੈਵ ਸੈਡ ਫਰੋਮ UK, Canada, Australia, so and so. And similarly educated people they can be employed and some people they can be unemployed, ਕਿ ਕੁਛ ਜ਼ਰੂਰੀ ਨਹੀਂ ਕਿ ਸਾਰੇ ਦੇ ਸਾਰੇ ਇੰਪਲੋਇਡ ਹੋਣਗੇ, ਨੌਕਰੀ ਲੱਗੇ ਹੋਣਗੇ, ਕੁਛ ਜਿਹੜੇ ਆ ਉਹਨਾਂ ਦੇ ਵਿੱਚੋਂ ਅਨਇੰਪਲੋਇਡ ਹੋਣਗੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਹੈਗੀ। ਸੋ ਇਸ ਤਰ੍ਹਾਂ ਦੇ ਜਿਹੜੇ ਰਿਲੇਸ਼ਨ ਹੈਗੇ ਆ ਉਹਨੂੰ ਆਪਾਂ ਇਸ ਤਰ੍ਹਾਂ ਦੀ ਜਿਹੜੀ ਫਿਗਰ ਹੈ ਉਹਦੇ ਨਾਲ ਰਿਪਰੈਜ਼ੈਂਟ ਕਰਕੇ ਸ਼ੋ ਕਰ ਸਕਦੇ ਹੈਗੇ ਆ। ਥਰਡ ਕੇਸ ਇਜ਼ ਕਿ ਦੋ ਅਲੱਗ-ਅਲੱਗ ਆਬਜੈਕਟ ਹੈਗੇ ਆ ਔਰ ਉਹਨਾਂ ਦਾ ਆਪਸ ਦੇ ਵਿੱਚ ਕੁਝ ਵੀ ਕਨੈਕਸ਼ਨ ਨਹੀਂ ਹੈ। ਸੋ ਫਾਰ ਐਗਜ਼ਾਮਪਲ ਜੇ ਉਹਨਾਂ ਦੇ ਵਿੱਚ ਕੁਝ ਵੀ ਕਨੈਕਸ਼ਨ ਨਹੀਂ ਹੈ ਤੇ ਉਹਨਾਂ ਨੂੰ ਆਪਾਂ ਸੈਪਰੇਟ ਲਿਖਾਂਗੇ, ਉਹਨਾਂ ਨੂੰ ਆਪਾਂ ਕੁਝ ਵੀ ਇੱਕ ਦੂਸਰੇ ਦੇ ਅੰਦਰ ਜਾਂ ਉਹਨਾਂ ਨੂੰ ਇੰਟਰਮਿਕਸ ਨਹੀਂ ਕਰ ਸਕਦੇ। ਸੋ ਜੇ ਉਹ ਦੋਨੇ ਡਿਸਜੁਆਇੰਟ ਹੈਗੇ ਆ ਸੋ ਇਹਦਾ ਮਤਲਬ ਕੀ ਹੈ ਕਿ ਨਾਈਦਰ ਵਨ ਇਜ਼ ਸਬਸੈਟ ਆਫ ਅਨਦਰ ਐਂਡ ਨੋਰ ਡੂ ਦੇ ਸ਼ੇਅਰ ਐਨੀਥਿੰਗ, ਕਿ ਉਹਨਾਂ ਦੇ ਵਿੱਚ ਕੁਝ ਵੀ ਜਿਹੜੀ ਚੀਜ਼ ਹੈਗੀ ਆ ਉਹ ਕਾਮਨ ਨਹੀਂ ਹੈਗੀ। ਸੋ ਸਿਮਿਲਰਲੀ ਫਰਨੀਚਰ ਤੇ ਕਾਰ, ਹੁਣ ਫਰਨੀਚਰ ਇੱਕ ਅਲੱਗ ਤਰ੍ਹਾਂ ਦੀ ਆਬਜੈਕਟ ਹੈ ਜਾਂ ਕੁਝ ਅਲੱਗ ਤਰ੍ਹਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਔਰ ਕਾਰ ਜਿਹੜਾ ਹੈ ਉਹ ਇੱਕ ਆਟੋਮੋਬਾਈਲਸ ਨੂੰ ਰਿਪਰੈਜ਼ੈਂਟ ਕਰਦੀ ਹੈ। ਸੋ ਫਰਨੀਚਰ ਤੇ ਕਾਰ ਦਾ ਕੁਝ ਵੀ ਆਪਸ ਦੇ ਵਿੱਚ ਤਾਲੁਕ ਨਹੀਂ ਹੈਗਾ। ਐਂਡ ਸਿਮਿਲਰਲੀ ਕਾਪੀ ਐਂਡ ਕਲੋਥ, ਸੋ ਕਾਪੀ ਤੇ ਕਲੋਥ ਦਾ ਵੀ ਆਪਸ ਦੇ ਵਿੱਚ ਕੁਝ ਤਾਲੁਕ ਨਹੀਂ ਹੈਗਾ। ਟੂਲ ਐਂਡ ਸ਼ਰਟ, ਸੋ ਇਸੇ ਤਰ੍ਹਾਂ ਹੀ ਟੂਲ ਜਿਹੜਾ ਆ ਉਹ ਬਹੁਤ ਸਾਰੇ ਟੂਲਸ ਹੋ ਸਕਦੇ ਹਨ ਬਟ ਸ਼ਰਟ ਜਿਹੜਾ ਇੱਕ ਛੋਟਾ ਜਿਹਾ ਸਬਸੈਟ ਹੈ ਬਟ ਉਹਨਾਂ ਦਾ ਆਪਸ ਦੇ ਵਿੱਚ ਕੁਝ ਵੀ ਰਿਲੇਸ਼ਨ ਨਹੀਂ ਹੈ। ਸੋ these three examples from these above relationships both the objects are unrelated to each other, ਕਿ ਉਹਨਾਂ ਦਾ ਆਪਸ ਦੇ ਵਿੱਚ ਕੁਝ ਵੀ ਰਿਲੇਸ਼ਨ ਨਹੀਂ ਹੈਗਾ। ਸੋ ਦੇਅਰਫੋਰ ਜੇ ਉਹਨਾਂ ਦਾ ਆਪਸ ਦੇ ਵਿੱਚ ਕੁਝ ਵੀ ਰਿਲੇਸ਼ਨ ਨਹੀਂ ਹੈਗਾ ਤੇ ਉਹਨਾਂ ਨੂੰ ਆਪਾਂ ਸੈਪਰੇਟ ਜਿਹੜਾ ਹੈ ਉਹ ਰਿਪਰੈਜ਼ੈਂਟ ਕਰਨਾ ਹੈ। ਇੱਦਾਂ ਦੀ ਡਾਇਗਰਾਮ ਸ਼ੋ ਕਰਕੇ ਆਪਾਂ ਉਹਨਾਂ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਦੇ ਜਿਹੜੇ ਵੇਨ ਡਾਇਗਰਾਮਸ ਦੇ ਨਾਲ ਕੁਝ ਕੁਐਸਚਨ ਜਿਹੜੇ ਆ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਐਂਡ ਬਾਕੀ ਜਿਹੜੇ ਹੋਰ ਤਰ੍ਹਾਂ ਦੇ ਕੇਸਿਸ ਜਿਹੜੇ ਆ ਉਹ ਆਪਾਂ ਆਪਣੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਡਿਸਕਸ ਕਰਾਂਗੇ। ਸੋ ਸਾਨੂੰ ਕੁਝ ਡਾਇਰੈਕਸ਼ਨਸ ਦਿੱਤੀਆਂ ਹੋਈਆਂ ਹਨ, 1 ਤੋਂ 4 ਕੁਐਸਚਨਸ ਦੀਆਂ ਕੁਝ ਡਾਇਰੈਕਸ਼ਨਸ ਦਿੱਤੀਆਂ ਹੋਈਆਂ ਹਨ। Each of these questions given below contain 3 group of things, ਕਿ 3 ਗਰੁੱਪਸ ਦੇ ਵਿੱਚ ਸਾਨੂੰ ਐਗਜ਼ਾਮਪਲਸ ਦਿੱਤੀਆਂ ਹੋਈਆਂ ਹਨ। You have to choose from the 4 number diagram, ਸਾਨੂੰ 4 ਡਾਇਗਰਾਮ ਦੇ ਵਿੱਚੋਂ ਆਪਾਂ ਨੂੰ ਸ਼ੋ ਕਰਨਾ ਹੈ ਕਿ ਉਹ ਜਿਹੜਾ ਕਿਸ ਤਰ੍ਹਾਂ ਦੀ ਜਿਹੜੀ ਡਾਇਗਰਾਮੈਟਿਕਲੀ ਉਹ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਹੇ ਹਨ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਰਿਲੇਸ਼ਨ ਕੀ ਹੈਗਾ ਆ। ਸੋ ਫਸਟ ਕੇਸ ਜਿਹੜਾ ਹੈਗਾ ਆ ਸੋ ਦੈਟ ਇਜ਼ ਮੂਨ, ਅਰਥ ਐਂਡ ਯੂਨੀਵਰਸ। ਸੋ ਜਿਵੇਂ ਕਿ ਸਾਨੂੰ ਪਤਾ ਹੈ ਕਿ ਯੂਨੀਵਰਸ ਜਿਹੜਾ ਹੈ ਉਹ ਇੱਕ ਬਹੁਤ ਹੀ ਲਾਰਜ ਹੈ ਸਾਡਾ। ਯੂਨੀਵਰਸ ਦੇ ਵਿੱਚ ਬਹੁਤ ਸਾਰੇ ਪਲੈਨਟ ਵੀ ਲਾਈ ਕਰਦੇ ਹਨ, ਠੀਕ ਹੈ ਨਾ। ਸੋ ਉਹਦੇ ਵਿੱਚ ਪਲੈਨਟਸ, ਹਰ ਇੱਕ ਪਲੈਨਟਸ 'ਤੇ ਸੈਟਲਾਈਟਸ ਵੀ ਹੈਗੇ ਆ, ਜਿਵੇਂ ਮੂਨ ਜਿਹੜਾ ਹੈ ਉਹ ਅਰਥ ਦਾ ਸੈਟਲਾਈਟ ਹੈ। ਸੋ ਯੂਨੀਵਰਸ ਦੇ ਵਿੱਚ ਅਰਥ ਵੀ ਲਾਈ ਕਰਦੀ ਹੈ, ਮੂਨ ਵੀ ਲਾਈ ਕਰਦਾ ਹੈ ਬਟ ਉਹ ਦੋਨੇ ਇੱਕ ਦੂਸਰੇ ਤੋਂ ਆਪਸ ਦੇ ਵਿੱਚ ਅਲੱਗ-ਅਲੱਗ ਹਨ, ਠੀਕ ਹੈ ਨਾ। ਸੋ ਇਸ ਤਰ੍ਹਾਂ ਦੇ ਜਿਹੜੇ ਪ੍ਰੋਬਲਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲੀ ਐਗਜ਼ਾਮਪਲ ਦੇ ਵਿੱਚ ਕਿਹੜੀ ਫਿਗਰ ਨੂੰ ਰਿਪਰੈਜ਼ੈਂਟ ਕਰ ਰਹੇ ਹਨ। ਸੋ ਫਸਟ ਫਿਗਰ ਜਿਹੜੀ ਹੈ ਉਹਨਾਂ ਦੇ ਵਿੱਚੋਂ ਫਸਟ ਫਿਗਰ ਇਜ਼ ਦੀ ਕਰੈਕਟ ਆਨਸਰ ਫਾਰ ਦਿਸ ਕੁਐਸਚਨ, ਫਿਗਰ 1। ਸੋ ਸੈਕਿੰਡ ਇਜ਼ ਇੰਡੀਆ, ਪਾਕਿਸਤਾਨ ਐਂਡ ਏਸ਼ੀਆ। ਹੁਣ ਇਸ ਤਰ੍ਹਾਂ ਸਾਨੂੰ ਪਤਾ ਹੈ ਕਿ ਏਸ਼ੀਆ ਜਿਹੜਾ ਕੰਟੀਨੈਂਟ ਹੈ ਉਹਦੇ ਵਿੱਚ 7 ਕੰਟਰੀਜ਼ ਆਉਂਦੇ ਹਨ। ਇੰਡੀਆ ਆਉਂਦਾ ਹੈ, ਪਾਕਿਸਤਾਨ ਆਉਂਦਾ ਹੈ, ਨੇਪਾਲ, ਭੂਟਾਨ, ਠੀਕ ਹੈ ਨਾ, ਸੋ ਐਂਡ ਸੋ। ਔਰ ਫਾਰ ਐਗਜ਼ਾਮਪਲ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਡੀਆ ਇੱਕ ਵੱਖਰਾ ਕੰਟਰੀ ਹੈ, ਪਾਕਿਸਤਾਨ ਇੱਕ ਵੱਖਰਾ ਕੰਟਰੀ ਹੈ ਬਟ ਦੋਨੇ ਜਿਹੜੇ ਹਨ ਉਹ ਏਸ਼ੀਆ ਦੇ ਵਿੱਚ ਲਾਈ ਕਰਦੇ ਹਨ। ਦੇਅਰਫੋਰ ਇਸ ਕੁਐਸਚਨ ਦਾ ਜਿਹੜਾ ਐਗਜ਼ੈਕਟ ਵੇਨ ਡਾਇਗਰਾਮ ਸਾਡੀ ਕੀ ਹੋ ਸਕਦੀ ਹੈ। ਸੋ ਅਗੇਨ ਫਿਗਰ 1 ਇਜ਼ the correct option for this question.
Next question is batsman, cricket and stick। ਹੁਣ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੀ ਕ੍ਰਿਕਟ ਹੈ ਉਹ ਇੱਕ ਗੇਮ ਹੈ। ਕ੍ਰਿਕਟ ਦੇ ਵਿੱਚ ਬੈਟਸਮੈਨ ਵੀ ਹੁੰਦੇ ਹਨ, ਬੋਲਰ ਵੀ ਹੁੰਦੇ ਹਨ, ਠੀਕ ਹੈ ਨਾ, ਫੀਲਡਰ ਵੀ ਹੁੰਦੇ ਹਨ। ਐਂਡ ਸਟਿਕ ਜਿਹੜੀ ਹੈ ਉਹਨਾਂ ਦਾ ਕ੍ਰਿਕਟ ਦੇ ਨਾਲ ਕੁਛ ਲੈਣਾ ਦੇਣਾ ਨਹੀਂ ਹੈ। ਸੋ ਇਸ ਤਰ੍ਹਾਂ ਦੀ ਜਿਹੜੀ ਡਾਇਗਰਾਮ ਹੈ, ਸੋ ਮੇਜਰ ਓਬਜੈਕਟ ਇਜ਼ ਕ੍ਰਿਕਟ, ਉਹਦੇ ਅੰਦਰ ਜਿਹੜਾ ਹੈ ਦਿਸ ਇਜ਼ ਬੈਟਸਮੈਨ, ਐਂਡ ਸਟਿਕ ਜਿਹੜਾ ਹੈ ਉਹਨਾਂ ਦਾ ਕ੍ਰਿਕਟ ਤੇ ਬੈਟਸਮੈਨ ਦੇ ਨਾਲ ਕੁਛ ਵੀ ਰਿਲੇਸ਼ਨ ਨਹੀਂ ਹੈ। ਦੇਅਰਫੋਰ ਇਹ ਕਿਹੜੀ ਫਿਗਰ ਰਿਪਰੈਜ਼ੈਂਟ ਕਰ ਰਹੇ ਹਨ? ਸੋ ਇਟ ਇਜ਼ ਰਿਪਰੈਜ਼ੈਂਟਿੰਗ figure 4। so figure 4 is the correct answer। next question ਜਿਹੜਾ ਹੈ that is book, pen and pencil। book, pen, pencil ਜਿਹੜੇ ਹੈਗੇ ਆ ਉਹ ਤਿੰਨੇ ਸਟੇਸ਼ਨਰੀ ਦੇ ਪਾਰਟ ਹੈਗੇ ਹਨ, ਬਟ ਤਿੰਨਾਂ ਦਾ ਆਪਸ ਦੇ ਵਿੱਚ ਕੁਛ ਰਿਲੇਸ਼ਨ ਨਹੀਂ ਹੈ। ਬੁੱਕ ਦਾ ਅਲੱਗ ਕੰਮ ਹੁੰਦਾ ਹੈ, ਪੈਨ ਦੀ ਜਿਹੜੀ ਵਰਕਿੰਗ ਹੈ ਉਹ ਅਲੱਗ ਹੈ, ਪੈਨਸਿਲ ਦੀ ਵਰਕਿੰਗ ਅਲੱਗ ਹੈਗੀ ਹੈ। ਸੋ ਦਿਸ ਇਜ਼ the option third is the correct answer for this question। so figure 3 is the correct option for example 4। so similarly next question is example 5। so ਉਹਦੇ ਵਿੱਚ ਸਾਨੂੰ ਕੁਛ ਦਿੱਤਾ ਹੋਇਆ ਹੈ, ਸੋ ਉਹਦੇ ਵਿੱਚੋਂ ਆਪਾਂ ਨੂੰ ਫਾਈਂਡ ਆਊਟ ਕਰਨਾ ਹੈ ਕਿ ਉਹ ਕਿਹੜੀ ਫਿਗਰ ਜਿਹੜੀ ਹੈ ਉਹ ਕਰੈਕਟ ਜਿਹੜੀ ਹੈ ਇੱਦਾਂ ਦੇ ਰਿਲੇਸ਼ਨਸ਼ਿਪ ਨੂੰ ਰਿਪਰੈਜ਼ੈਂਟ ਕਰਦੀ ਹੈ। ਸੋ ਇਨ ਏ ਕਲਾਸ ਆਫ 46 ਸਟੂਡੈਂਟਸ 18 ਪਲੇਡ ਫੁੱਟਬਾਲ। ਉਹਨਾਂ ਦੇ ਵਿੱਚੋਂ 18 ਜਿਹੜੇ ਹਨ ਉਹ ਫੁੱਟਬਾਲ ਖੇਲਦੇ ਹਨ। ਸੋ ਆਪਾਂ ਇੱਥੇ ਲਿਖ ਲੈਂਦੇ ਹਾਂ 17 ਪਲੇਡ ਕ੍ਰਿਕਟ। ਸੋ ਉਹਨਾਂ ਦੇ ਵਿੱਚੋਂ ਕ੍ਰਿਕਟ ਕਿੰਨੇ ਖੇਲ ਰਹੇ ਹਨ? 17 ਕ੍ਰਿਕਟ ਖੇਲ ਰਹੇ ਹਨ, ਇਨਕਲੂਡਿੰਗ 6 ਹੂ ਪਲੇਡ ਫੁੱਟਬਾਲ। ਸੋ ਫਾਰ ਐਗਜ਼ਾਮਪਲ ਜੇ ਮੈਂ ਇੱਥੇ ਫੁੱਟਬਾਲ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਸਰਕਲ ਦੇ ਨਾਲ, ਸੋ ਉਹ ਫੁੱਟਬਾਲ ਕਿੰਨੇ ਪਲੇਅਰ ਖੇਡ ਰਹੇ ਹਨ? 18। ਉਹਨਾਂ ਦੇ ਵਿੱਚੋਂ ਕ੍ਰਿਕਟ ਜਿਹੜੇ ਹਨ ਉਹ 17 ਪਲੇਅਰ ਖੇਲ ਰਹੇ ਹਨ ਅਤੇ 6 ਜਿਹੜੇ ਹਨ ਉਹ ਉਹਨਾਂ ਦੇ ਵਿੱਚੋਂ ਫੁੱਟਬਾਲ ਵੀ ਖੇਲ ਰਹੇ ਹਨ। ਸੋ ਇਹਦਾ ਮਤਲਬ ਦਿਸ ਇਜ਼ ਕ੍ਰਿਕਟ। ਸੋ ਕ੍ਰਿਕਟ ਟੋਟਲ 17 ਖੇਲ ਰਹੇ ਹਨ, 6 ਜਿਹੜੇ ਇਹਨਾਂ ਦੇ ਵਿੱਚੋਂ ਫੁੱਟਬਾਲ ਵੀ ਖੇਡਦੇ ਹਨ, 6 ਕਾਮਨ ਹੋ ਗਿਆ, ਠੀਕ ਹੈ ਨਾ। ਸੋ ਨੈਕਸਟ ਇਜ਼ 16 ਸਟੂਡੈਂਟ ਪਲੇਡ ਹਾਕੀ ਇਨਕਲੂਡਿੰਗ 4 ਹੂ ਪਲੇਡ ਕ੍ਰਿਕਟ। 16 ਜਿਹੜੇ ਹਨ ਉਹਨਾਂ ਦੇ ਵਿੱਚੋਂ ਹਾਕੀ ਖੇਡਦੇ ਹਨ ਅਤੇ ਉਹਨਾਂ ਦੇ ਵਿੱਚੋਂ 4 ਜਿਹੜੇ ਆ ਉਹ ਕ੍ਰਿਕਟ ਵੀ ਖੇਲਦੇ ਹਨ। ਸੋ 4 ਕਾਮਨ ਹੋ ਗਏ, ਟੋਟਲ 16, ਜਿਨ੍ਹਾਂ ਦੇ ਵਿੱਚੋਂ 12 ਜਿਹੜੇ ਹਨ ਉਹ ਬਾਕੀ ਇੱਧਰ ਬਚ ਗਏ। ਸੋ 12 ਆਪਾਂ ਇੱਧਰ ਲਿਖ ਸਕਦੇ ਹਾਂ, ਠੀਕ ਹੈ ਨਾ। ਸੋ ਇਸੇ ਤਰ੍ਹਾਂ ਹੀ ਟੋਟਲ 18 ਫੁੱਟਬਾਲ ਖੇਡਦੇ ਆ ਅਤੇ ਉਹਨਾਂ ਦੇ ਵਿੱਚੋਂ ਜਿਹੜੇ ਆ 6 ਕਾਮਨ ਹੈਗੇ ਆ। ਸੋ ਇੱਦਾਂ ਹੀ ਕ੍ਰਿਕਟ ਦੇ ਵਿੱਚ ਸਾਡੇ ਕੋਲ 17 ਸੀਗੇ, 17 ਦੇ ਵਿੱਚੋਂ 6 ਕਾਮਨ ਹੋ ਗਏ ਫੁੱਟਬਾਲ ਅਤੇ ਕ੍ਰਿਕਟ ਵਾਲੇ, 4 ਹੋ ਗਏ ਕ੍ਰਿਕਟ ਅਤੇ ਹਾਕੀ ਵਾਲੇ, ਬਾਕੀ ਇੱਧਰ ਕਿੰਨੇ ਬਚੇ? ਦੈਟ ਇਜ਼ 7। 5 ਸਟੂਡੈਂਟ ਪਲੇਡ ਕੈਰਮ ਬਟ ਨੋ ਆਊਟਡੋਰ ਗੇਮਸ। ਹੁਣ ਜਿਵੇਂ ਫੁੱਟਬਾਲ, ਕ੍ਰਿਕਟ ਅਤੇ ਹਾਕੀ ਇਹ ਆਊਟਡੋਰ ਗੇਮਸ ਹੈਗੀਆਂ ਆ, 5 ਸਟੂਡੈਂਟ ਜਿਹੜੇ ਆ ਉਹ ਕੈਰਮ ਖੇਲਦੇ ਆ ਅਤੇ ਕੋਈ ਵੀ ਆਊਟਡੋਰ ਗੇਮ ਜਿਹੜੀ ਆ ਉਹ ਨਹੀਂ ਖੇਡਦੇ। ਸੋ ਉਹ ਆਪਾਂ ਨੂੰ ਵੱਖਰੇ ਜਿਹੜੇ ਆ ਉਹਨਾਂ ਨੂੰ ਰਿਪਰੈਜ਼ੈਂਟ ਕਰਾਂਗੇ, ਕਿਉਂਕਿ ਉਹਨਾਂ ਦਾ ਇਨਡੋਰ ਗੇਮ ਦਾ ਆਊਟਡੋਰ ਗੇਮ ਦੇ ਨਾਲ ਕੋਈ ਵੀ ਕਨੈਕਸ਼ਨ ਨਹੀਂ ਹੈਗਾ। ਸੋ ਇਹਨਾਂ ਦੇ ਵਿੱਚੋਂ ਕਿਹੜੀ ਫਿਗਰ ਜਿਹੜੀ ਆ ਉਹ ਬੈਸਟ ਰਿਪਰੈਜ਼ੈਂਟ ਕਰ ਰਹੀ ਆ? ਸੋ ਯੂ ਕੈਨ ਸੀ ਦੈਟ ਫਿਗਰ 3 ਇਜ਼ best represent this given representation। so option third is the correct answer for this question। next question is a result of survey of 1000 persons with respect to their knowledge of Hindi, English and Sanskrit is given। 1000 ਲੋਕਾਂ ਦਾ ਜਿਹੜਾ ਸਰਵੇ ਆ, ਜਿਹੜਾ ਹਿੰਦੀ, ਇੰਗਲਿਸ਼ ਅਤੇ ਸੰਸਕ੍ਰਿਤ ਦਾ ਜਿਹੜਾ ਸਰਵੇ ਆ ਉਹ ਸਾਨੂੰ ਵੇਨ ਡਾਇਗਰਾਮ ਦੇ ਵਿੱਚ ਦਿੱਤਾ ਹੋਇਆ ਹੈ। ਸੋ ਦਿਸ ਇਜ਼ the number of people who read English, this is the number of people who read Hindi, this is the number of people who read Sanskrit। ਐਂਡ ਇਹਨਾਂ ਦੇ ਵਿੱਚੋਂ ਕੁਛ ਲੋਕ ਜਿਹੜੇ ਆ ਉਹ ਕਾਮਨ ਹੈਗੇ ਆ, ਕੁਛ ਜਿਹੜੇ ਆ ਉਹ ਇੰਗਲਿਸ਼ ਅਤੇ ਹਿੰਦੀ ਪੜ੍ਹਦੇ ਆ,
कुछ जिहड़े आ तिन्ने लैंगुएज पढ़दे आ। सो what is the ratio of these who know all the three languages to those who do not know Sanskrit? ਸੋ ਇਹਨਾਂ ਦੇ ਵਿੱਚੋਂ ਕਿੰਨੇ ਜਿਹੜੇ ਲੋਕ ਹੈਗੇ ਆ ਜਿਹੜੇ ਉਹਨਾਂ ਦੀ ਰੇਸ਼ੋ ਫਾਈਂਡ ਆਊਟ ਕਰਨੀ ਆ। ਸੋ ਰੇਸ਼ੋ ਆਪਾਂ ਕਿਹਦੀ ਫਾਈਂਡ ਆਊਟ ਕਰਨੀ ਆ? ਸੋ ਜਿਹੜੇ ਤਿੰਨੇ ਲੈਂਗੁਏਜ ਰੀਡ all three languages over who do not know Sanskrit. Don't know Sanskrit ਕਿ ਜਿਹੜੇ ਸੰਸਕ੍ਰਿਤ ਨਹੀਂ ਪੜ੍ਹਦੇ। ਹੁਣ ਇਹਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਜਿਹੜਾ 100 ਜਿਹੜਾ ਹੈਗਾ ਆ 100 ਨੰਬਰ ਜਿਹੜਾ ਆ ਉਹ ਤਿੰਨੇ ਸਰਕਲਸ ਦੇ ਵਿੱਚ ਕਾਮਨ ਹੈਗਾ ਆ। ਸੋ ਕਾਮਨ ਦਾ ਮਤਲਬ ਕੀ ਹੈ ਕਿ ਇਹ 100 ਜਿਹੜੇ ਪਰਸਨ ਹੈਗੇ ਆ ਉਹ ਇੰਗਲਿਸ਼ ਵੀ ਪੜ੍ਹਦੇ ਆ, ਹਿੰਦੀ ਵੀ ਪੜ੍ਹਦੇ ਆ ਤੇ ਸੰਸਕ੍ਰਿਤ ਵੀ ਪੜ੍ਹਦੇ ਆ। ਸੋ ਨੰਬਰ ਆਫ ਸੱਚ ਪਰਸਨਸ ਹੂ ਰੀਡ ਆਲ ਦੀ 3 ਲੈਂਗੁਏਜਿਸ 100। ਔਰ ਇਹਨਾਂ ਦੇ ਵਿੱਚੋਂ ਤੁਸੀਂ ਦੇਖੋ ਕਿ ਉਹ ਵਾਲੇ ਲੋਕੀ ਜਿਨ੍ਹਾਂ ਨੂੰ ਸੰਸਕ੍ਰਿਤ ਨਹੀਂ ਪਤਾ। ਸੋ ਸੰਸਕ੍ਰਿਤ ਜਿਹੜੀ ਆ ਉਹ ਕਿਹਨਾਂ ਨੂੰ ਪਤਾ ਨਹੀਂ ਪਤਾ, ਉਹ ਕਿਹੜੇ ਨੰਬਰ ਹੋਣਗੇ? ਸੋ ਜਿਹੜੇ ਤੁਸੀਂ ਦੇਖ ਲਓ ਕਿ ਇਹ ਵਾਲੇ ਇਹਨਾਂ 200 ਨੰਬਰ ਜਿਹੜਾ ਹੈ ਇਹਨਾਂ ਨੂੰ ਇਕੱਲੀ ਇੰਗਲਿਸ਼ ਪਤਾ ਹੈ, ਇਹ 220 ਨੰਬਰ ਇਹਨਾਂ ਨੂੰ ਇਕੱਲੀ ਹਿੰਦੀ ਪਤਾ ਹੈ ਤੇ 120 ਨੰਬਰ ਉਹ ਵਾਲੇ ਲੋਕ ਹੈਗੇ ਆ ਜਿਨ੍ਹਾਂ ਨੂੰ ਇੰਗਲਿਸ਼ ਤੇ ਹਿੰਦੀ ਪਤਾ ਹੈ ਬਟ ਸੰਸਕ੍ਰਿਤ ਨਹੀਂ ਪਤਾ। ਸੋ ਟੋਟਲ ਨੰਬਰ ਕਿੰਨਾ ਹੋ ਗਿਆ? 200 ਪਲੱਸ 120 ਪਲੱਸ 220। ਸੋ ਇਹ ਉਹ ਵਾਲੇ ਲੋਕ ਆ ਜਿਨ੍ਹਾਂ ਨੂੰ ਸੰਸਕ੍ਰਿਤ ਦੇ ਬਾਰੇ ਕੁਝ ਵੀ ਨਹੀਂ ਪਤਾ। ਸੋ ਰੇਸ਼ੋ ਕਿਹਦੇ ਬਰਾਬਰ ਹੋ ਜਾਏਗੀ? 200 ਪਲੱਸ 200 400 ਤੇ 500 540। ਸੋ 100/540 10/54 ਯਾਨੀ ਕਿ 5/27 ਆ ਗਿਆ ਰੇਸ਼ੋ। ਸੋ ਇਹਨਾਂ ਦੇ ਵਿੱਚੋਂ ਕਰੈਕਟ ਆਨਸਰ ਜਿਹੜਾ ਕੀ ਹੋਏਗਾ? ਦੈਟ ਇਜ਼ ਆਪਸ਼ਨ 4th ਇਜ਼ ਦੀ ਕਰੈਕਟ ਆਨਸਰ ਫਾਰ ਦਿਸ ਕੁਐਸਚਨ। ਨੈਕਸਟ ਕੁਐਸਚਨ, ਕੁਛ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਹੋਈਆਂ 7 ਤੋਂ ਲੈ ਕੇ 11 ਕੁਐਸਚਨਸ ਤੱਕ। ਤੁਸੀਂ ਇਹ ਇੱਕ ਫਾਰਮ ਦੇ ਵਿੱਚ ਸਾਨੂੰ ਦਿੱਤੀਆਂ ਹੋਈਆਂ ਡਾਇਰੈਕਸ਼ਨਸ ਔਰ ਕੁਛ ਕੁਐਸਚਨਸ ਹੈਗੇ ਆ ਵਿਚ ਏਰੀਆ। ਸੋ ਆਪਾਂ ਕੁਐਸਚਨ ਪਹਿਲੇ ਪੜ੍ਹ ਲੈਂਦੇ ਆ। ਇਨ ਦੀ ਫੋਲੋਇੰਗ ਫਿਗਰ ਰੈਕਟੈਂਗਲ, ਸਕੁਅਰ, ਸਰਕਲ ਐਂਡ ਟ੍ਰਾਇੰਗਲ ਰਿਪਰੈਜ਼ੈਂਟ ਦੀ ਰੀਜਨ ਆਫ ਵੀਟ। ਸੋ ਰੈਕਟੈਂਗਲ ਜਿਹੜੀ ਆ ਉਹ ਵੀਟ ਨੂੰ ਰਿਪਰੈਜ਼ੈਂਟ ਕਰ ਰਹੀ ਆ। ਸਕੁਅਰ ਜਿਹੜਾ ਹੈ it is representing gram, circle ਜਿਹੜਾ ਹੈ it is representing maize and rice ਜਿਹੜਾ ਹੈ it is representing triangle। ਕੁਛ ਜਿਹੜੇ ਆ ਇਹ ਵਾਲੇ ਨੰਬਰ ਜਿਨ੍ਹਾਂ ਦੇ ਵਿੱਚ ਕਾਮਨ ਥਿੰਗਸ ਹੈਗੀਆਂ ਆ। ਸੋ ਆਓ ਕੁਐਸਚਨ ਪੜ੍ਹਦੇ ਆ। ਵਿਚ ਏਰੀਆ ਇਜ਼ ਕਲਟੀਵੇਟਡ ਬਾਈ ਆਲ ਦੀ 4 commodities। ਕਿ ਉਹ ਵਾਲਾ ਕਿਹੜਾ ਏਰੀਆ ਹੈ ਜਿਹੜਾ ਸਾਰੇ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੂੰ ਕਲਟੀਵੇਟ ਕਰਦਾ ਹੈ, ਯਾਨੀ ਕਿ ਜਿਹੜਾ ਸਾਰਿਆਂ ਦੇ ਵਿੱਚ ਕਾਮਨ ਆ ਰਿਹਾ ਹੈ। ਸੋ ਤੁਸੀਂ ਇਹਨਾਂ ਦੇ ਵਿੱਚ ਧਿਆਨ ਦੇ ਨਾਲ ਦੇਖੋਗੇ ਕਿ ਉਹ ਵਾਲਾ ਏਰੀਆ, ਸੋ ਫਾਰ ਦਿਸ ਇਜ਼ 7 ਜਿਹੜਾ ਹੈ ਉਹ ਟ੍ਰਾਇੰਗਲ ਦੇ ਵਿੱਚ ਵੀ ਆ ਰਿਹਾ ਹੈ, ਸਰਕਲ ਦੇ ਵਿੱਚ ਵੀ ਆ ਰਿਹਾ ਹੈ, ਰੈਕਟੈਂਗਲ ਦੇ ਵਿੱਚ ਵੀ ਆ ਰਿਹਾ ਹੈ ਤੇ ਸਕੁਅਰ ਦੇ ਵਿੱਚ ਵੀ ਆ ਰਿਹਾ ਹੈ। ਸੋ 7 ਜਿਹੜਾ ਏਰੀਆ ਹੈ ਉਹ ਵਾਲਾ ਏਰੀਆ ਹੈ ਜਿਹੜੀਆਂ ਚਾਰੇ ਤਰ੍ਹਾਂ ਦੀ ਜਿਹੜੀ ਵੀਟ, ਗ੍ਰਾਮ, ਮੇਜ਼ ਤੇ ਰਾਈਸ ਸਾਰੇ ਤਰ੍ਹਾਂ ਦੀ ਜਿਹੜੀ ਫਸਲ ਹੈ ਉਹਨੂੰ ਕਲਟੀਵੇਟ ਕਰਦਾ ਹੈ। ਸੋ ਆਪਸ਼ਨ 1 ਇਜ਼ ਦੀ ਕਰੈਕਟ ਆਨਸਰ ਫਾਰ ਦਿਸ ਕੁਐਸਚਨ। ਨੈਕਸਟ ਕੁਐਸਚਨ ਇਜ਼ ਵਿਚ ਏਰੀਆ ਇਜ਼ ਕਲਟੀਵੇਟਡ ਬਾਈ ਵੀਟ ਐਂਡ ਮੇਜ਼। ਵੀਟ ਤੇ ਮੇਜ਼, ਵੀਟ ਹੈਗੀ ਰੈਕਟੈਂਗਲ ਤੇ ਮੇਜ਼ ਹੈਗੀ ਸਰਕਲ। ਸੋ ਉਹ ਵਾਲਾ ਏਰੀਆ ਜਿਹੜਾ ਰੈਕਟੈਂਗਲ ਤੇ ਸਰਕਲ ਦੇ ਵਿੱਚ ਜਿਹੜਾ ਹੈ ਆਪਸ ਦੇ ਵਿੱਚ ਰਿਲੇਸ਼ਨ ਡਰਾਈਵ ਕਰ ਰਿਹਾ ਹੈ, ਉਹ ਵਾਲਾ ਏਰੀਆ ਕਿਹੜਾ ਹੋ ਸਕਦਾ ਹੈ? ਸੋ ਤੁਸੀਂ ਦੇਖ ਸਕਦੇ ਹੋ ਕਿ ਰੈਕਟੈਂਗਲ ਤੇ ਸਰਕਲ ਦੇ ਵਿੱਚ ਕੁਝ ਵੀ ਇਦਾਂ ਦਾ ਏਰੀਆ ਜਿਹੜਾ ਹੈ ਉਹ ਕਾਮਨ ਨਹੀਂ ਹੈ। ਸੋ ਆਹ ਵਾਲਾ ਏਰੀਆ ਜਿਹੜਾ ਹੈ ਇਹ ਹੋਣਾ ਚਾਹੀਦਾ ਸੀ ਬਟ ਇੱਥੇ ਕੁਝ ਵੀ ਨੰਬਰਿੰਗ ਨਹੀਂ ਦਿੱਤੀ। ਸੋ ਫਾਰ ਐਗਜ਼ਾਮਪਲ 8 ਜਿਹੜਾ ਹੈ, 8 ਦੇ ਬਾਰੇ ਜੇ ਤੁਸੀਂ ਦੇਖੋ 8 ਦੇ ਵਿੱਚ ਟ੍ਰਾਇੰਗਲ ਵੀ ਆ ਰਹੀ ਹੈ। ਸੋ ਇਹ ਆਪਸ਼ਨ ਨਹੀਂ ਹੋ ਸਕਦੀ। 6 ਆਪਸ਼ਨ 6 ਦੇ ਵਿੱਚ ਜਿਹੜਾ ਹੈ ਸਰਕਲ, ਸਕੁਅਰ ਤੇ ਰੈਕਟੈਂਗਲ ਆ ਰਿਹਾ ਹੈ। ਸੋ 6 ਵੀ ਨਹੀਂ ਹੋ ਸਕਦਾ। 5 ਦੇ ਵਿੱਚ ਇਕੱਲਾ ਜਿਹੜਾ ਹੈ ਉਹ ਰੈਕਟੈਂਗਲ ਆ ਰਹੀ ਹੈ, ਸੋ ਇਹ ਵੀ ਨਹੀਂ ਹੋ ਸਕਦਾ। ਸੋ ਸਾਡੇ ਕੋਲ ਆਪਸ਼ਨ ਕਿਹੜੀ ਬਚ ਗਈ? ਸੋ ਆਪਸ਼ਨ 4 ਜਿਹੜੀ ਹੈ ਉਹ ਸਾਡੇ ਕੋਲ ਕਰੈਕਟ ਆਨਸਰ ਹੈ ਇਸ ਕੁਐਸਚਨ ਦਾ। ਨੈਕਸਟ ਕੁਐਸਚਨ ਇਜ਼ ਵਿਚ ਏਰੀਆ ਇਜ਼ ਕਲਟੀਵੇਟਡ ਬਾਈ ਰਾਈਸ ਓਨਲੀ।
ਰਾਈਸ ਜਿਹੜਾ ਹੈ ਉਹ ਕਲਟੀਵੇਟ ਕਰਦਾ ਹੈ ਬਾਈ ਟ੍ਰਾਇੰਗਲ ਦਾ ਏਰੀਆ। ਸੋ ਟ੍ਰਾਇੰਗਲ ਦਾ ਏਰੀਆ ਕਿਹੜਾ ਰਿਪਰੈਜ਼ੈਂਟ ਕਰ ਰਿਹਾ ਹੈ? ਦਿਸ 1। ਸੋ 1 ਜਿਹੜੀ ਆਪਸ਼ਨ ਹੈ ਉਹ correct answer है, that is second option is the correct answer for example 9. Next question example 10 is which area is cultivated by maize only? So maize ਜਿਹੜੀ ਹੈ ਉਹ ਕੀ ਹੈ? that is circle. so circle ਦੇ ਵਿੱਚ ਕਿਹੜੀ ਕੱਲੀ ਜਿਹੜੀ ਕਿਹੜਾ ਨੰਬਰ ਜਿਹੜਾ ਹੈ ਕੱਲਾ ਜਿਹੜਾ ਸਰਕਲ ਦੇ ਵਿੱਚ ਲਾਈ ਕਰਦਾ ਹੈ? so that is number 3. so third is the correct option for this question. Next, which area is cultivated by rice and maize and nothing else? ਕਿ ਉਹ ਵਾਲਾ ਏਰੀਆ ਜਿਹੜਾ ਰਾਈਸ ਤੇ ਮੇਜ਼ ਨੂੰ ਕਲਟੀਵੇਟ ਕਰਦਾ ਹੈ। ਸੋ ਰਾਈਸ ਤੇ ਮੇਜ਼ ਜਿਹੜੇ ਹੈ ਉਹ ਸਰਕਲ ਤੇ ਟ੍ਰਾਇੰਗਲ ਜਿਹੜਾ ਹੈ ਜਿਨ੍ਹਾਂ ਦੇ ਵਿੱਚ ਕਾਮਨ ਹੈਗਾ ਹੈ। ਸੋ ਸਰਕਲ ਤੇ ਟ੍ਰਾਇੰਗਲ ਜਿਹੜਾ ਕਿਹਦੇ ਵਿੱਚ ਕਾਮਨ ਹੈਗਾ ਹੈ? ਸੋ ਦੈਟ ਇਜ਼ ਨੰਬਰ 2. ਸੋ ਨੰਬਰ 2 ਇਜ਼ ਦੈਟ ਏਰੀਆ ਜਿਹੜਾ ਰਾਈਸ ਤੇ ਮੇਜ਼ ਕਲਟੀਵੇਟ ਕਰ ਰਿਹਾ ਹੈ। ਸੋ ਆਪਸ਼ਨ ਥਰਡ ਇਜ਼ the correct answer for example 11. so next directions ਕੁਝ ਹੋਰ ਦਿੱਤੀਆਂ ਹੋਈਆਂ, that is from 12 to 14th question. so question is from the following diagram choose the option that best illustrate the relation between three cases. ਸਾਨੂੰ ਇੱਕ 3 ਰਿਲੇਸ਼ਨਸ ਦੇ ਵਿੱਚ ਡਾਇਗਰਾਮ ਦਿੱਤੀਆਂ ਹੋਈਆਂ ਹਨ, 6 ਡਾਇਗਰਾਮਸ। ਉਹਨਾਂ ਦੇ ਵਿੱਚੋਂ ਆਪਾਂ ਕਰੈਕਟ ਡਾਇਗਰਾਮ ਫਾਈਂਡ ਆਊਟ ਕਰਨੀ ਹੈ ਜਿਹੜੀ ਉਸ ਰਿਲੇਸ਼ਨ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਸੋ ਐਗਜ਼ਾਮਪਲ 12 ਇਜ਼ ਪੈਪਸੀ, ਕੋਕਾ ਕੋਲਾ ਤੇ ਡਰਿੰਕ। ਸੋ ਉਹ ਕਿਹੜੀ ਡਾਇਗਰਾਮ ਜਿਹੜੀ ਹੈ ਉਹ ਰਿਪਰੈਜ਼ੈਂਟ ਕਰ ਰਹੀ ਹੈ? ਹੁਣ ਡਰਿੰਕ ਜਿਹੜੀ ਹੈ, ਪੈਪਸੀ ਇਜ਼ ਏ ਡਰਿੰਕ ਐਂਡ ਕੋਕਾ ਕੋਲਾ ਇਜ਼ ਆਲਸੋ ਏ ਡਰਿੰਕ। ਸੋ ਡਰਿੰਕ ਇੱਕ ਵੱਡਾ ਆਬਜੈਕਟ ਹੈਗਾ ਐਂਡ ਪੈਪਸੀ ਤੇ ਕੋਕਾ ਕੋਲਾ ਜਿਹੜੇ ਉਹਦੇ ਸਬਸੈਟ ਹੈਗੇ ਆ। ਸੋ ਇਹ ਡਾਇਗਰਾਮ ਜਿਹੜੀ ਕਿਹੜੀ ਹੈ? ਸੋ ਦੈਟ ਇਜ਼ ਫਿਗਰ F. ਸੋ ਫਿਗਰ F ਜਿਹੜਾ ਹੈ ਉਹ ਐਗਜ਼ਾਮਪਲ 12 ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਸੋ ਨੈਕਸਟ ਇਜ਼ ਮੈਨ, ਵੂਮਨ ਐਂਡ ਚਿਲਡਰਨ। ਮੈਨ, ਵੂਮਨ ਐਂਡ ਚਿਲਡਰਨ। ਸੋ ਮੈਨ ਵੱਖਰੇ ਹੈ, ਵੂਮਨ ਜਿਹੜੇ ਹੈ ਉਹ ਵੱਖਰੇ ਹੈ ਐਂਡ ਚਿਲਡਰਨ ਜਿਹੜੇ ਹਨ ਉਹਨਾਂ ਦੇ ਵਿੱਚ ਕੁਛ ਜਿਹੜੇ ਹਨ ਉਹਨਾਂ ਦੇ ਦੁਆਰਾ ਬਣਾਏ ਜਾਂਦੇ ਹਨ। ਸੋ ਇਦਾਂ ਦੀ ਜਿਹੜੀ ਡਾਇਗਰਾਮ ਰਿਪਰੈਜ਼ੈਂਟ ਕਰ ਰਿਹਾ ਹੈ। ਸੋ ਦੈਟ ਇਜ਼ ਫਿਗਰ E is the correct answer. criminal, thief and smuggler. ਸੋ ਥੀਫ ਵੀ ਕ੍ਰਿਮੀਨਲਸ ਹਨ, ਸਮਗਲਰ ਵੀ ਕ੍ਰਿਮੀਨਲਸ ਹੈਗੇ ਆ। ਸੋ ਕ੍ਰਿਮੀਨਲ ਇੱਕ ਵੱਡਾ ਆਬਜੈਕਟ ਹੈ ਜਿਹਦੇ ਵਿੱਚ ਥੀਵਸ ਵੀ ਹੋ ਸਕਦੇ ਆ, ਸਮਗਲਰ ਵੀ ਹੋ ਸਕਦੇ ਆ, ਹੋਰ ਵੀ ਜਿਹੜੇ ਆ ਗਲਤ ਕੰਮ ਕਰ ਰਹੇ ਆ ਉਹ ਸਾਰੇ ਕ੍ਰਿਮੀਨਲ ਹੋ ਸਕਦੇ ਆ। ਸੋ ਦਿਸ ਫਿਗਰ ਇਜ਼ the correct representation of example 14. so figure F is the correct answer for this example 14. so this is all about for today's lecture. so these are some of the practice questions. ਤੁਸੀਂ ਜਿਹੜਾ ਹੈ ਇੱਕ practice questions ਨੂੰ solve ਕਰਨਾ ਹੈ and ਇਹਨਾਂ ਦੇ ਜਿਹੜੇ solution ਹੈ I will add in the description and we will discuss these problem in our next lecture. so okay dear students, till then goodbye, see you with some more exciting videos.